ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ। ਪਿਆਰੀ ਸਾਧ ਸੰਗਤ ਜੀ, ਸ੍ਰੀ ਗੁਰੂ ਹਰਿਰਾਏ ਜੀ ਦਾ ਜੀਵਨ ਬਿਰਤਾਂਤ ਅੱਗੇ ਵਧਾਉਂਦੇ ਹੋਏ ਇੱਕ ਬਿਰਧ ਗਰੀਬਣੀ ਮਾਈ ਨੂੰ ਸ਼ਰਧਾ ਹੋਈ ਕਿ ਗੁਰੂ ਜੀ ਉਸ ਦੇ ਹੱਥਾਂ ਦਾ ਤਿਆਰ ਕੀਤਾ ਹੋਇਆ ਪ੍ਰਸ਼ਾਦ ਛਕਣ ਤਾਂ ਉਹ ਵਡਭਾਗਣ ਹੋਵੇ। ਇਹ ਸੋਚਾਂ ਉਹ ਬਹੁਤ ਚਿਰ ਸੋਚਦੀ ਰਹੀ। ਉਸਨੇ ਮਿਹਨਤ ਮਜ਼ਦੂਰੀ ਕਰਕੇ ਕੁਝ ਪੈਸੇ ਵੀ ਜੋੜ ਲਏ ਸਨ ਅਤੇ ਉਹਨਾਂ ਪੈਸਿਆਂ ਦੀ ਗੁਰੂ ਜੀ ਦੇ ਪ੍ਰਸ਼ਾਦ ਵਾਸਤੇ ਰਸਦ ਵੀ ਤਿਆਰ ਕਰਕੇ ਰੱਖੀ ਸੀ। ਫਿਰ ਇੱਕ ਦਿਨ ਉਸਨੇ ਇਸ਼ਨਾਨ ਕਰਕੇ ਚੌਂਕੇ ਨੂੰ ਲੇਪਣ ਦਿੱਤਾ ਅਤੇ ਗੁਰੂ ਜੀ ਵਾਸਤੇ ਪ੍ਰਸ਼ਾਦ ਤਿਆਰ ਕਰਨ ਲੱਗ ਪਈ ਅਤੇ ਮਨ ਵਿੱਚ ਅਰਾਧਨਾ ਕਰਨ ਲੱਗੀ ਕਿ ਸੱਚੇ ਪਾਤਸ਼ਾਹ ਉਸ ਦਾ ਇਹ ਸ਼ਰਧਾ ਨਾਲ ਤਿਆਰ ਕੀਤਾ ਹੋਇਆ ਪ੍ਰਸ਼ਾਦ ਛਕ ਕੇ ਗਰੀਬਣੀ ਦੀ ਸ਼ਰਧਾ ਪੂਰੀ ਕਰੋ। ਉਸ ਉਪਰੰਤ 2 ਪ੍ਰਸ਼ਾਦੇ ਤਿਆਰ ਕਰਕੇ ਉਹਨਾਂ ਉੱਪਰ ਘਿਓ ਖੰਡ ਪਾ ਕੇ ਇੱਕ ਸਾਫ਼ ਕੱਪੜੇ ਵਿੱਚ ਲਪੇਟ ਕੇ ਗੁਰੂ ਦਰਬਾਰ ਨੂੰ ਤੁਰ ਪਈ। ਰਸਤੇ ਵਿੱਚ ਵਿਚਾਰਾਂ ਕਰਦੀ ਜਾ ਰਹੀ ਸੀ ਕਿ ਗੁਰੂ ਜੀ ਨੂੰ ਇਸ ਤਰ੍ਹਾਂ ਕੱਪੜੇ ਵਿੱਚ ਲਪੇਟਿਆ ਹੋਇਆ ਪ੍ਰਸ਼ਾਦ ਕਿਸ ਤਰ੍ਹਾਂ ਦੇਵਾਂਗੀ। ਉਧਰ ਅੰਤਰਜਾਮੀ ਗੁਰੂ ਜੀ ਨੇ ਮਾਈ ਦੀ ਅੰਤਰ ਆਤਮੇ ਜੋੜਦੀ ਸੁਣੀ ਅਤੇ ਉਸ ਦੀ ਸ਼ਰਧਾ ਨੂੰ ਅਨੁਭਵ ਕਰਕੇ ਦੀਵਾਨ ਵਿੱਚੋਂ ਉੱਠ ਕੇ ਛੇਤੀ ਨਾਲ ਘੋੜਾ ਤਿਆਰ ਕਰਵਾ ਕੇ ਸ਼ਿਕਾਰ ਦੇ ਬਹਾਨੇ ਉਧਰ ਨੂੰ ਤੁਰ ਪਏ ਜਿੱਧਰੋਂ ਮਾਈ ਗੁਰੂ ਗੁਰੂ ਜਪਦੀ ਪ੍ਰਸ਼ਾਦ ਲੈ ਕੇ ਆ ਰਹੀ ਸੀ। ਜਦ ਮਾਈ ਨੇ ਵੇਖਿਆ ਕਿ ਗੁਰੂ ਜੀ ਕੁਝ ਸਿੱਖਾਂ ਨਾਲ ਘੋੜ ਸਵਾਰ ਹੋ ਕੇ ਆ ਰਹੇ ਹਨ ਤਾਂ ਉਹ ਪਾਸੇ ਹੋ ਕੇ ਖੜੀ ਹੋ ਗਈ। ਮਾਈ ਨੂੰ ਇੱਕ ਪਾਸੇ ਖੜੀ ਵੇਖ ਕੇ ਗੁਰੂ ਜੀ ਨੇ ਉਸ ਪਾਸ ਘੋੜਾ ਖੜਾ ਕਰਕੇ ਆਖਿਆ, ਮਾਈ ਸਾਨੂੰ ਬੜੀ ਭੁੱਖ ਲੱਗੀ ਹੈ, ਸਾਨੂੰ ਰੋਟੀ ਦਿਓ। ਇਹ ਬਚਨ ਸੁਣ ਕੇ ਮਾਈ ਨੇ ਪੌਣੇ ਵਿੱਚ ਲਪੇਟਿਆ ਹੋਇਆ ਪ੍ਰਸ਼ਾਦਾ ਦੋਹਾਂ ਹੱਥਾਂ ਨਾਲ ਗੁਰੂ ਜੀ ਦੇ ਅੱਗੇ ਕਰ ਦਿੱਤਾ। ਗੁਰੂ ਜੀ ਪੌਣੇ ਵਿੱਚੋਂ ਕੱਢ ਕੇ ਪ੍ਰਸ਼ਾਦਾ ਉਸ ਤਰ੍ਹਾਂ ਹੱਥ ਉੱਤੇ ਰੱਖ ਕੇ ਹੀ ਛਕਣ ਲੱਗ ਗਏ ਅਤੇ ਆਖੀ ਜਾਣ ਕਿ ਮਾਈ ਇਹ ਪ੍ਰਸ਼ਾਦਾ ਬੜਾ ਸਵਾਦ ਹੈ, ਸਾਨੂੰ ਬੜਾ ਆਨੰਦ ਆਇਆ ਹੈ। ਗੁਰੂ ਜੀ ਦੇ ਇਹ ਬਚਨ ਸੁਣ ਕੇ ਮਾਈ ਗਦਗਦ ਹੋ ਗਈ ਅਤੇ ਪ੍ਰੇਮ ਨਾਲ ਉਸ ਦੀਆਂ ਅੱਖਾਂ ਵਿੱਚੋਂ ਅੱਥਰੂ ਵਗਣ ਲੱਗ ਪਏ। ਪ੍ਰਸ਼ਾਦਾ ਛਕ ਕੇ ਗੁਰੂ ਜੀ ਨੇ ਮਾਈ ਨੂੰ ਪੌਣਾ ਵਾਪਸ ਕਰਕੇ ਜਦ ਇਹ ਬਚਨ ਕੀਤਾ ਕਿ ਮਾਈ ਨੂੰ ਨਿਹਾਲ ਹੋ ਗਈ ਹੈ ਤਾਂ ਮਾਈ ਨੂੰ ਅੰਦਰ ਬਾਹਰ ਦੀ ਸੋਝੀ ਹੋ ਗਈ। ਮਾਈ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਉਸਤਤੀ ਕਰਦੀ ਹੋਈ ਘਰ ਨੂੰ ਚਲੀ ਗਈ। ਸ਼੍ਰੀ ਗੁਰੂ ਹਰਿਰਾਏ ਜੀ ਗੁਰੂ ਘਰ ਦੀ ਮਰਿਆਦਾ ਅਨੁਸਾਰ 2 ਵੇਲੇ ਸਵੇਰੇ ਸ਼ਾਮ ਦੀਵਾਨ ਲਗਾ ਕੇ ਨਾਮਦਾਨ ਦਾ ਉਪਦੇਸ਼ ਦਿੰਦੇ ਸਨ ਅਤੇ ਬਾਹਰੋਂ ਆਏ ਦਰਸ਼ਨ ਅਭਿਲਾਖੀਆਂ ਨੂੰ ਉਹਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਕੇ ਨਿਹਾਲ ਕਰਦੇ ਸਨ। ਆਪਣੇ ਦਾਦਾ ਗੁਰੂ ਜੀ ਦੀ ਮਰਿਆਦਾ ਨੂੰ ਕਾਇਮ ਰੱਖਣ ਵਾਸਤੇ ਤੀਸਰੇ ਪਹਿਰ ਸਿੱਖ ਯੋਧਿਆਂ ਨੂੰ ਨਾਲ ਲੈ ਕੇ ਸ਼ਿਕਾਰ ਖੇਡ ਕੇ ਸ਼ਸਤਰ ਵਿੱਦਿਆ ਦਾ ਅਭਿਆਸ ਕਰਾਉਂਦੇ ਸਨ। ਆਪ ਜੀ ਦਾ ਮੰਤਵ ਕੇਵਲ ਸ਼ਸਤਰ ਵਿੱਦਿਆ ਦਾ ਅਭਿਆਸ ਕਾਇਮ ਰੱਖਣਾ ਹੀ ਸੀ। ਜਾਨਵਰਾਂ ਨੂੰ ਮਾਰਨ ਦਾ ਕੋਈ ਪ੍ਰਯੋਜਨ ਨਹੀਂ ਸੀ, ਜਿਸ ਕਰਕੇ ਸ਼ਿਕਾਰੀਆਂ ਨੂੰ ਆਪ ਜੀ ਦਾ ਹੁਕਮ ਸੀ ਕਿ ਕਿਸੇ ਜਾਨਵਰ ਨੂੰ ਮਾਰਨਾ ਨਹੀਂ ਹੈ। ਜੇ ਜਿਉਂਦਾ ਫੜਿਆ ਜਾਵੇ ਤਾਂ ਉਸ ਨੂੰ ਘਰ ਲਿਆ ਕੇ ਪਾਲਣਾ ਕਰਨੀ ਹੈ। ਸਿੱਖ ਸੇਵਕਾਂ ਨੂੰ ਆਪ ਜੀ ਦੇ ਉਪਦੇਸ਼ ਦਿੰਦੇ ਸਨ ਕਿ ਤੁਸੀਂ ਗੁਰੂ ਨਿਮਤ ਲੰਗਰ ਕਰਿਆ ਕਰੋ, ਇਸ ਨਾਲ ਤੁਹਾਡੀ ਕਲਿਆਣ ਹੋਵੇਗੀ। ਦੂਸਰਾ ਉਪਦੇਸ਼ ਗੁਰੂ ਜੀ ਆਪਣੇ ਸਿੱਖਾਂ ਨੂੰ ਦਿੰਦੇ ਨੇ ਕਿ ਆਪਣਾ ਮਨ ਨੀਵਾਂ ਰੱਖੋ ਅਤੇ ਭਗਤੀ ਕਰੋ। ਸਦਾ ਪਰਉਪਕਾਰ ਕਰਨਾ ਹੈ ਅਤੇ ਕਿਸੇ ਦੀ ਨਿੰਦਿਆ ਚੁਗਲੀ ਅਥਵਾ ਈਰਖਾ ਨਹੀਂ ਕਰਨੀ। ਉੱਠਦੇ ਬੈਠਦੇ ਸਿਮਰਨ ਕਰਨਾ ਹੈ। ਧਰਮ ਦੀ ਕਮਾਈ ਕਰਕੇ ਆਪਣੇ ਪਰਿਵਾਰ ਦੀ ਪਾਲਣਾ ਕਰਨੀ ਹੈ ਅਤੇ ਲੋੜਵੰਦ ਗੁਰਸਿੱਖ ਦੀ ਅੰਨ ਬਸਤਰ ਨਾਲ ਸੇਵਾ ਕਰਨੀ ਹੈ। ਆਪ ਜੀ ਦਾ ਬਚਨ ਸੀ ਕਿ ਜਿਹੜਾ ਸਿੱਖ ਇਹਨਾਂ ਬਚਨਾਂ ਉੱਤੇ ਚੱਲੇਗਾ ਉਸ ਉੱਤੇ ਸਾਡੀ ਬਹੁਤ ਪ੍ਰਸੰਨਤਾ ਹੋਵੇਗੀ। ਇੱਕ ਭਗਵਾਨ ਗਿਰ ਸੰਨਿਆਸੀ ਸਾਧੂ ਨੇ ਜਦ ਗੁਰੂ ਦੀ ਮਹਿਮਾ ਸੁਣੀ ਕਿ ਆਪ ਜੀ ਈਸ਼ਵਰ ਅਵਤਾਰ ਹਨ ਤਾਂ ਉਹ ਆਪਣੇ ਮਨ ਵਿੱਚ ਇਹ ਧਾਰਨਾ ਧਾਰ ਕੇ ਗੁਰੂ ਜੀ ਦੇ ਦਰਸ਼ਨ ਕਰਨ ਆਇਆ ਕਿ ਜੇਕਰ ਗੁਰੂ ਜੀ ਮੈਨੂੰ ਚਤੁਰਭੁਜ ਰੂਪ ਵਿੱਚ ਦਰਸ਼ਨ ਦੇਣਗੇ ਤਾਂ ਮੈਂ ਇਹਨਾਂ ਨੂੰ ਸੱਚਾ ਈਸ਼ਵਰ ਅਵਤਾਰ ਮੰਨਾਂਗਾ। ਇਹ ਸੰਕਲਪ ਕਰਕੇ ਜਦ ਭਗਵਾਨ ਗਿਰ ਗੁਰੂ ਜੀ ਦੇ ਦਰਬਾਰ ਵਿੱਚ ਆਇਆ ਤਾਂ ਉਸਨੇ ਵੇਖਿਆ ਕਿ ਸੰਗਤ ਜੁੜੀ ਬੈਠੀ ਹੈ, ਕੀਰਤਨ ਹੋ ਰਿਹਾ ਹੈ ਅਤੇ ਇੱਕ ਚਤੁਰਭੁਜ ਸਿਆਮ ਮੂਰਤੀ ਚੱਕਰ ਗਦਾ
ਪਦਮਧਾਰੀ ਸਿੰਘਾਸਨ ਉੱਤੇ ਬਿਰਾਜਮਾਨ ਹਨ। ਆਪਣੀ ਸੰਕਲਪਿਤ ਮੂਰਤੀ ਦੇ ਦਰਸ਼ਨ ਕਰਕੇ ਭਗਵਾਨ ਗਿਰ ਚੱਕਰਿਤ ਰਹਿ ਗਿਆ। ਸਰੀਰ ਦੀ ਕੋਈ ਸੁੱਧ ਨਾ ਰਹੀ। ਪੱਥਰ ਮੂਰਤੀ ਬਣ ਕੇ ਕੁਝ ਚਿਰ ਖੜਾ ਰਿਹਾ। ਉਪਰੰਤ ਆਪਣੀ ਸੁਰਤ ਨੂੰ ਕਾਇਮ ਕਰਕੇ ਉਸਨੇ ਗੁਰੂ ਜੀ ਦੇ ਚਰਨਾਂ ਤੇ ਦੰਡਵਤ ਹੋ ਕੇ ਮੱਥਾ ਟੇਕਿਆ ਅਤੇ ਜਦ ਉੱਠ ਕੇ ਵੇਖਿਆ ਤਾਂ ਗੁਰੂ ਜੀ ਆਪਣੇ ਗੁਰੂ ਸਰੂਪ ਵਿੱਚ ਦਰਸ਼ਨ ਦੇ ਰਹੇ ਸਨ। ਭਗਤ ਭਗਵਾਨ ਇਹ ਕੌਤਕ ਵੇਖ ਕੇ ਬੜਾ ਪ੍ਰਭਾਵਿਤ ਹੋ ਕੇ ਕਹਿਣ ਲੱਗਾ, ਮਹਾਰਾਜ ਮੈਨੂੰ ਆਪਣਾ ਸਿੱਖ ਬਣਾ ਕੇ ਉਪਦੇਸ਼ ਬਖਸ਼ੋ। ਗੁਰੂ ਜੀ ਨੇ ਉਸ ਦੀ ਸ਼ਰਧਾ ਭਗਤੀ ਵੇਖ ਕੇ ਉਸ ਨੂੰ ਚਰਨਾਮ੍ਰਿਤ ਦੇ ਕੇ ਸਤਨਾਮ ਦਾ ਉਪਦੇਸ਼ ਦਿੱਤਾ ਅਤੇ ਬਚਨ ਕੀਤਾ, ਭਗਤ ਭਗਵਾਨ ਦਰਸੈ ਪ੍ਰਵਾਨ। ਇਹ ਉਪਦੇਸ਼ ਅਤੇ ਵਰਦਾਨ ਲੈ ਕੇ ਭਗਤ ਭਗਵਾਨ ਨੇ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ। ਗੁਰੂ ਜੀ ਦੀ ਆਗਿਆ ਅਨੁਸਾਰ ਭਗਤ ਭਗਵਾਨ ਦੀ ਬੇਦੀ ਬੰਸ ਬਾਬਾ ਲਖਮੀ ਦਾਸ ਜੀ ਦੇ ਪੋਤਰੇ ਮਿਹਰ ਚੰਦ ਦੇ ਦਰਸ਼ਨ ਕਰਨ ਵਾਸਤੇ ਡੇਰਾ ਬਾਬਾ ਨਾਨਕ ਯਾਤਰਾ ਕਰਨ ਜਾਂਦੇ ਰਹੇ। ਸ਼੍ਰੀ ਗੁਰੂ ਹਰਿਰਾਏ ਜੀ ਦੇ ਵੱਡੇ ਭਾਈ ਧੀਰਮਲ ਜੀ ਕਰਤਾਰਪੁਰ ਰਹਿੰਦੇ ਸਨ। ਆਪ ਜੀ ਦੀ ਮਾਤਾ ਨੱਤੀ ਜੀ ਨੇ ਦੋਹਾਂ ਭਰਾਵਾਂ ਦਾ ਮੇਲ ਮਿਲਾਪ ਰੱਖਣ ਵਾਸਤੇ ਇੱਕ ਦਿਨ ਆਪ ਜੀ ਨੂੰ ਪ੍ਰੇਮ ਕਰਕੇ ਕਰਤਾਰਪੁਰ ਲੈ ਆਂਦਾ। ਧੀਰਮਲ ਜੀ ਵੀ ਆਪ ਜੀ ਨੂੰ ਪ੍ਰੇਮ ਅਤੇ ਸਤਿਕਾਰ ਨਾਲ ਮਿਲੇ ਅਤੇ ਇੱਕ ਸੁੰਦਰ ਮਕਾਨ ਵਿੱਚ ਡੇਰਾ ਕਰਵਾ ਦਿੱਤਾ। ਗੁਰਸਿੱਖ ਮਾਈ ਭਾਈ ਅਤੇ ਹੋਰ ਗੁਰੂ ਘਰ ਦੇ ਸ਼ਰਧਾਲੂ ਭੇਟਾ ਲੈ ਕੇ ਆਪ ਜੀ ਦੇ ਦਰਸ਼ਨ ਕਰਨ ਆਏ। ਕੀਰਤਪੁਰ ਵਸਣ ਦਾ ਪ੍ਰਸੰਗ ਸੁਣ ਕੇ ਪ੍ਰਸੰਨ ਹੋਏ। ਕਰਤਾਰਪੁਰ ਆਪ ਜੀ ਦੇ ਕੁਝ ਮਹੀਨੇ ਬੜੇ ਆਨੰਦ ਪ੍ਰਸੰਨਤਾ ਨਾਲ ਬੀਤ ਗਏ ਅਤੇ ਵਿਸਾਖੀ ਦਾ ਦਿਨ ਆ ਗਿਆ। ਜੰਗਲ ਦੇਸ਼ ਮਾਲਵੇ ਦੀ ਸੰਗਤ ਜਿਹੜੀ ਆਪ ਜੀ ਦੇ ਦਰਸ਼ਨ ਕਰਨ ਕੀਰਤਪੁਰ ਆ ਰਹੀ ਸੀ, ਜਦ ਉਹਨਾਂ ਨੂੰ ਪਤਾ ਲੱਗਾ ਕਿ ਗੁਰੂ ਜੀ ਇਸ ਸਮੇਂ ਕਰਤਾਰਪੁਰ ਨਿਵਾਸ ਰੱਖਦੇ ਹਨ ਤਾਂ ਉਹ ਵੀ ਕਰਤਾਰਪੁਰ ਹੀ ਆ ਗਈ। ਇਸ ਸੰਗਤ ਦੇ ਨਾਲ ਭਾਈ ਭਗਤੂ ਜੀ ਵੀ ਗੁਰੂ ਜੀ ਦੇ ਦਰਸ਼ਨ ਕਰਨ ਆਏ। ਭਾਈ ਭਗਤੂ ਜੀ ਬਿਰਧ ਅਵਸਥਾ ਵੇਖ ਕੇ ਗੁਰੂ ਜੀ ਨੇ ਹੱਸ ਕੇ ਕਿਹਾ, ਭਾਈ ਭਗਤੂ ਜੀ ਕੋਈ ਜਵਾਨ ਇਸਤਰੀ ਸਹੇੜ ਲਵੋ, ਬੁਢਾਪਾ ਸੌਖਾ ਲੰਘ ਜਾਏਗਾ। ਉਪਰੰਤ ਦੂਜੀ ਵਾਰ ਜਦ ਕੁਝ ਸਮੇਂ ਉਪਰੰਤ ਫਿਰ ਭਾਈ ਭਗਤੂ ਜੀ ਗੁਰੂ ਜੀ ਦੇ ਦਰਸ਼ਨ ਕਰਨ ਆਏ ਤਾਂ ਰਸਤੇ ਵਿੱਚ ਇੱਕ 12 ਸਾਲ ਦੀ ਲੜਕੀ ਜੋ ਬਾਜਰੇ ਦੇ ਖੇਤ ਦੀ ਰਾਖੀ ਕਰ ਰਹੀ ਸੀ, ਉਸ ਨੂੰ ਵੇਖ ਕੇ ਮਨ ਵਿੱਚ ਵਿਚਾਰ ਆਈ ਕਿ ਕਰਤਾਰਪੁਰ ਜਾ ਕੇ ਸਰੀਰ ਤਿਆਗ ਦੇਣਾ ਹੈ। ਇਸ ਕਰਕੇ ਹੁਣ ਗੁਰੂ ਜੀ ਦੇ ਬਚਨਾਂ ਨੂੰ ਸਫਲਾ ਕਰ ਜਾਣਾ ਚਾਹੀਦਾ ਹੈ। ਇਸ ਵਿਚਾਰ ਉਪਰੰਤ ਭਾਈ ਭਗਤੂ ਨੇ ਲੜਕੀ ਨੂੰ ਕਿਹਾ, ਤੂੰ ਮੇਰੇ ਨਾਲ ਵਿਆਹ ਕਰਾ ਲੈ, ਮੈਂ ਗੁਰੂ ਜੀ ਦੇ ਬਚਨ ਸਫਲੇ ਕਰਨੇ ਹਨ। ਜਦ ਲੜਕੀ ਨੇ ਕੋਈ ਉੱਤਰ ਨਾ ਦਿੱਤਾ ਤਾਂ ਭਾਈ ਜੀ ਨੇ ਬਾਜਰੇ ਦੇ ਅਨਾਜ ਅਤੇ ਖੇਤ ਦੇ ਜਾਨਵਰਾਂ ਨੂੰ ਸੁਣਾ ਕੇ ਕਿਹਾ, ਤੁਸਾਂ ਇਸ ਗੱਲ ਦੇ ਉਗਾਹ ਰਹਿਣਾ ਹੈ, ਮੈਂ ਆਪਣੇ ਮਨ ਕਰਕੇ ਇਸ ਨਾਲ ਵਿਆਹ ਕਰ ਲਿਆ ਹੈ। ਇਹ ਗੱਲ ਕਰਕੇ ਭਾਈ ਭਗਤੂ ਜੀ ਜਦ ਗੁਰੂ ਜੀ ਪਾਸ ਆਏ ਤਾਂ ਗੁਰੂ ਜੀ ਨੇ ਹੱਸ ਕੇ ਕਿਹਾ, ਸੁਣਾਓ ਭਾਈ ਜੀ, ਚਰਖਾ ਸਹੇੜ ਕੇ ਉੱਥੇ ਹੀ ਛੱਡ ਆਏ ਹੋ। ਭਾਈ ਜੀ ਨੇ ਕਿਹਾ, ਮਹਾਰਾਜ ਮੈਂ ਆਪ ਜੀ ਦੇ ਬਚਨਾਂ ਦੀ ਪਾਲਣਾ ਕੀਤੀ ਹੈ, ਮੇਰਾ ਹੋਰ ਕੋਈ ਪ੍ਰਯੋਜਨ ਨਹੀਂ ਹੈ। ਗੁਰੂ ਜੀ ਨੇ ਬਚਨ ਕੀਤਾ, ਉਹ ਲੜਕੀ ਹੁਣ ਆਪਣੀ ਸਾਰੀ ਉਮਰ ਜੱਤ ਸੱਤ ਵਿੱਚ ਹੀ ਬਤੀਤ ਕਰੇਗੀ ਅਤੇ ਦੇਵੀ ਕਰਕੇ ਪੂਜੀ ਜਾਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।